ਮਜੀਠੀਆ ਸ਼ੁਰੂ ਤੋਂ ਉਹਨੂੰ ਕੋਈ ਕੰਮ ਨਹੀਂ ਹੈ ਗੰਦੇ ਵਰਡਸ ਯੂਜ਼ ਕਰਨ ਤੋਂ ਸਵਾਏ, ਗੁੰਡਾਗਰਦੀ ਕਰਨ ਤੋਂ ਸਵਾਏ। ਮੈਂ ਪਹਿਲਾਂ ਕਹਿੰਦੀ ਆ, ਮੈਂ ਵੱਡੇ ਬਾਦਲ ਸਾਹਿਬ ਨੂੰ ਵੀ ਕਹਿਤਾ ਸੀਗਾ, ਤੁਸੀਂ ਆਪਣੇ ਮੁੰਡੇ ਨੂੰ ਜੇ ਬਰਬਾਦ ਕਰਨਾ ਹੈ ਤਾਂ ਮਜੀਠੀਆ ਨੂੰ ਉਹਦੇ ਨਾਲ ਰੱਖ ਲਓ। ਉਹਨੇ ਸਿਖਾਇਆ ਯੰਗਸਟਰਸ ਨੂੰ ਕਿਵੇਂ ਪੈਸੇ ਕਮਾਣੇ ਹੈ ਡਰੱਗਸ ਦੇ ਥਰੂ, ਈਜ਼ੀ ਮਨੀ ਕਿਵੇਂ ਲੈ ਕੇ ਆਣੀ ਹੈ। ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਉਹ ਗੁੰਡੇ ਦੇ ਚੋਰ ਹੈ, ਤੁਸੀਂ ਹੁਣ ਕਹਿ ਰਹੇ ਹੋ ਗੁੰਡੇ ਦੇ ਚੋਰ ਹੈ। ਜਿਹੜਾ ਬੰਦਾ ਏਜੀ ਕਵੇ ਮੈਂ ਇਨਸਾਫ ਦਊਂਗਾ ਬਰਗਾੜੀ ਵਾਲੇ ਕੇਸਾਂ 'ਚ, ਮੈਂ ਡਰੱਗ ਦੇ ਲੌਜ ਨੂੰ ਐਕਸਪੋਜ਼ ਕਰੂੰਗਾ, ਉਹ ਬੰਦੇ ਨੂੰ ਬਣਾ ਦਿਓ ਡੀਜੀਪੀ, ਬਣਾ ਦਿਓ ਏਜੀ ਬਣਾ ਦਿਓ, ਸਾਨੂੰ ਕਿਸੇ ਨੂੰ ਕੋਈ ਤਕਲੀਫ ਨਹੀਂ। ਦੇਖੋ ਜੇ ਉਹ ਵਕੀਲ ਹੁੰਦੇ ਤਾਂ ਉਹ ਬਹੁਤ ਛੇਤੀ ਕੇਸ ਲੜ ਚੁੱਕੇ ਹੁੰਦੇ, ਤਾਂ ਹੁਣ ਨੂੰ ਉਹ ਅੰਦਰ ਵੀ ਹੁੰਦੇ। ਬਾਕੀ ਲੋਕ ਜਿਨ੍ਹਾਂ ਨੇ ਗਲਤ ਕੰਮ ਕੀਤਾ ਹੈ, ਨਵਜੋਤ ਸਿੱਧੂ ਕੋਈ ਪਾਰਟਿਕੂਲਰ ਬੰਦੇ ਦੇ ਖਿਲਾਫ ਨਹੀਂ ਹੈ। ਨਵਜੋਤ ਸਿੱਧੂ ਹਮੇਸ਼ਾ ਪੰਜਾਬ ਦੇ ਲਈ ਪਾਲਿਸੀ ਦੀ ਗੱਲ ਕਰਦਾ ਹੈ, ਉਹ ਕਦੇ ਨਹੀਂ ਚਾਹੁੰਦਾ ਕਿ ਮੈਂ ਕਿਸੇ ਦਾ ਪਾਰਟਿਕੂਲਰ ਨਾਮ ਲੈ ਕੇ ਅਸੀਂ ਚੱਲੀਏ। ਜਿਹੜਾ ਵਿਧਾਨ ਸਭਾ ਦੇ ਵਿੱਚ ਸ਼ਬਦਾਵਲੀ ਵਰਤੀ ਗਈ ਹੈ, ਸਰੇਆਮ ਚੰਨੀ ਹਰਾਂ ਨੂੰ ਚੈਲੰਜ ਕੀਤਾ ਗਿਆ, ਨਾਲ ਪੰਜਾਬ ਪ੍ਰਧਾਨ ਨੂੰ ਵੀ ਚੈਲੰਜ ਕੀਤਾ ਗਿਆ। ਚਲੋ ਬਚਾਅ ਦੇ ਵਿੱਚ ਚੰਨੀ ਪੰਜਾਬ ਪ੍ਰਧਾਨ ਵਾਸਤੇ ਆਏ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਮਰਿਆਦਾ? ਉਹ ਸ਼ੁਰੂ ਤੋਂ ਇਹ ਜਿਹਾ ਉਹ ਐਕਚੁਅਲੀ ਮਜੀਠੀਆ ਸ਼ੁਰੂ ਤੋਂ ਉਹਨੂੰ ਕੋਈ ਕੰਮ ਨਹੀਂ ਹੈ ਗੰਦੇ ਵਰਡਸ ਯੂਜ਼ ਕਰਨ ਤੋਂ ਸਵਾਏ, ਗੁੰਡਾਗਰਦੀ ਕਰਨ ਤੋਂ ਸਵਾਏ। ਮੈਂ ਪਹਿਲਾਂ ਕਹਿੰਦੀ ਆ, ਮੈਂ ਵੱਡੇ ਬਾਦਲ ਸਾਹਿਬ ਨੂੰ ਵੀ ਕਹਿਤਾ ਸੀਗਾ, ਤੁਸੀਂ ਆਪਣੇ ਮੁੰਡੇ ਨੂੰ ਜੇ ਬਰਬਾਦ ਕਰਨਾ ਹੈ ਤਾਂ ਮਜੀਠੀਆ ਨੂੰ ਉਹਦੇ ਨਾਲ ਰੱਖ ਲਓ। ਜੇ ਤੁਸੀਂ ਚਾਹੁੰਦੇ ਹੋ ਕਿ ਅਕਾਲੀ ਦਲ ਨੂੰ ਬਚਾ ਲਓ ਤੇ ਆਪਣੇ ਮੁੰਡੇ ਨੂੰ ਬਚਾ ਲਓ ਉਹਦੇ ਤੋਂ, ਤਾਂ ਮਜੀਠੀਆ ਨੂੰ ਪਾਸੇ ਕਰ ਦਿਓ, ਕਿਉਂਕਿ ਜਿਹੜੀ ਗੁੰਡਾਗਰਦੀ ਅਕਾਲੀ ਦਲ 'ਚ ਆਈ ਉਹ ਮਜੀਠੀਆ ਕਰਕੇ ਆਈ। ਉਹਨੇ ਸਿਖਾਇਆ ਯੰਗਸਟਰਸ ਨੂੰ ਕਿਵੇਂ ਪੈਸੇ ਕਮਾਣੇ ਹੈ ਡਰੱਗਸ ਦੇ ਥਰੂ, ਈਜ਼ੀ ਮਨੀ ਕਿਵੇਂ ਲੈ ਕੇ ਆਣੀ ਹੈ। ਜਿੰਨੇ ਝੂਠੇ ਪਰਚਿਆਂ ਦੇ ਨਾਮ ਆਏ, ਮੈਂ ਬਚਪਨ ਤੋਂ ਨਹੀਂ ਸੁਣਿਆ ਕਦੇ ਵੀ ਕੋਈ ਬੰਦਾ ਸਟੇਟ 'ਚ ਨਾ ਹੋਵੇ, ਡਿਸਟ੍ਰਿਕਟ 'ਚ ਨਾ ਹੋਵੇ, ਕੋਈ ਜਿਹਨੇ ਗਲਤ ਕੰਮ ਹੀ ਨਾ ਕੀਤਾ ਹੋਵੇ, ਉਹਦੇ ਸਕੂਟਰ ਦੇ ਵਿੱਚ ਕੋਈ 10 ਗ੍ਰਾਮ ਸੁੱਟ ਗਿਆ, ਉਹਦੇ ਘਰ 'ਚ ਕੋਈ ਸੁੱਟ ਗਿਆ, ਪਰਚਾ ਹੋ ਗਿਆ। ਅੱਜ ਕੱਲ੍ਹ ਲੋਕ ਪਰਚੇ ਦੀ ਐਂ ਗੱਲ ਕਰਦੇ ਆ, ਸਾਰੀ ਮਜੀਠੀਆ ਦੀ ਦੇਣ ਹੈ। ਫਲਾਣੇ ਬੰਦੇ ਨੇ ਮੇਰੀ ਗੱਲ ਨਹੀਂ ਸੁਣੀ, ਪਰਚਾ ਕਰ ਦੋ ਸਵੇਰੇ ਉਹਦੇ ਤੇ ਫਲਾਣੇ ਦਾ। ਇਹ ਪਹਿਲੀ ਵਾਰ ਇਹ 307 ਦਾ ਪਰਚਾ ਲਓ ਜੀ, ਸਭ ਤੋਂ ਸ਼ਰੀਫ ਬੰਦਾ। ਹੱਲ ਕੀ ਤੁਹਾਡੀ ਸਰਕਾਰ ਦੇ ਪੌਣੇ 5 ਸਾਲ 'ਚ ਹੱਲ ਨਹੀਂ ਕਰ ਪਾਈ? ਤੁਸੀਂ ਵੀ ਆਪਣੀ ਵਿਫਲਤਾ ਮੰਨਦੇ ਹੋ? ਦੇਖੋ 4.5 ਸਾਲ ਮੈਂ ਮੰਨਦੀ ਹੀ ਨਹੀਂ ਸਾਡੀ ਸਰਕਾਰ ਸੀ। ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਟੋਟਲੀ ਉਹਨਾਂ ਦੇ ਨਾਲ ਰਲੇ ਹੋਏ ਸੀ, ਉਹਦੇ ਪਿੱਛੇ ਸਾਨੂੰ ਸਾਡੇ ਡਿਪਾਰਟਮੈਂਟ ਤੋਂ ਉਤਾਰਿਆ ਗਿਆ। ਮੈਂ ਕੀ ਕਰੋਗੇ? ਆਤਮ ਹੱਤਿਆ ਕਰ ਲਿੱਤੀ ਹੈ, ਬੁਲਾਰੀਏ ਦੇ ਪੀਏ ਦਾ ਨਾਮ ਆਇਆ, ਨਾਲ ਬੁਲਾਰੀਏ ਦਾ ਨਾਮ ਲੈਂਦੇ ਪਏ ਨੇ ਕਿ ਇਹਨਾਂ ਕੁ ਧੱਕਾਸ਼ਾਹੀ ਸਾਡੇ ਨਾਲ ਕੀਤੀ ਹੈ ਕਿ ਆਖਿਰਕਾਰ ਮਰਨ ਦਾ ਰਸਤਾ ਸਹੀ ਕਰ ਲਿਆ ਉਹਨਾਂ ਨੇ। ਦੇਖੋ ਇਹ ਜਿਹੜੀ ਵੀ ਗੱਲ ਹੈ, ਇਹ ਬਹੁਤ ਸੈਂਸਿਟਿਵ ਮੈਟਰਸ ਹੈ। ਮੈਂ ਕਦੇ ਵੀ ਕਿਸੇ ਵੀ ਇਹੋ ਜਿਹੇ ਬੰਦੇ ਨੂੰ ਸਪੋਰਟ ਨਹੀਂ ਕਰਦੀ, ਚਾਹੇ ਉਹ ਮੇਰਾ ਆਪਣਾ ਪਰਿਵਾਰ ਦਾ ਬੰਦਾ ਹੋਵੇ, ਕੋਈ ਬੰਦਾ ਹੋਵੇ ਜਿਹਦੇ ਕਰਕੇ ਮਜਬੂਰ ਹੋ ਕੇ ਕਿਸੇ ਵੀ ਪੰਜਾਬੀ, ਕਿਸੇ ਵੀ ਬੰਦੇ ਨੂੰ ਗਲਤ ਸਟੈਪ, ਕੋਈ ਆਪਣੀ ਜਾਨ ਨਾਲ ਸਟੈਪ ਲੈਣਾ ਪਵੇ। ਸੋ ਮੈਂ ਬਿਲਕੁਲ ਇਹਦੇ ਅਗੇਂਸਟ ਆ, ਪਰ ਮੈਂ ਹਮੇਸ਼ਾ ਇਹੀ ਚਾਹੁੰਦੀ ਹਾਂ ਕਿ ਜਿਹੜੀ ਇਨਵੈਸਟੀਗੇਸ਼ਨ ਹੈ ਬਹੁਤ ਫੇਅਰ ਹੋਣੀ ਚਾਹੀਦੀ ਹੈ। ਪਹਿਲੀ ਵਾਰ ਪੋਲਿਟਿਕਸ 'ਚ ਆ ਕੇ ਮੈਂ ਝੂਠੇ ਪੁਲਿਸ ਕੇਸ ਦੇਖੇ ਹੈ, ਝੂਠੇ ਪਰਚੇ ਦੇਖੇ ਹੈ, ਝੂਠੀਆਂ ਰਿਪੋਰਟਾਂ ਦੇਖੀਆਂ ਹੈ, ਜਾਲੀ। ਮੈਂ ਜਦੋਂ ਡਾਕਟਰ ਸੀ ਮੈਨੂੰ ਪਤਾ ਨਹੀਂ ਸੀ ਕਿ ਇਹ ਜਾਲੀ ਕਿਵੇਂ ਹੱਡੀਆਂ ਤੋੜੀਆਂ ਜਾਂਦੀਆਂ। ਇਹ ਮੈਂ ਪਹਿਲੀ ਵਾਰ ਦੇਖਿਆ ਵੀ ਤੁਹਾਡਾ ਸਿਰ ਫਾੜਿਆ ਗਿਆ, ਜਾਲੀ ਹੈ, ਬਲੇਡ ਰੱਖ ਕੇ ਤੁਸੀਂ ਹੱਡੀ ਟੁੱਟੀ ਦਿਖਾ ਰਹੇ ਹੋ, ਇਹ ਪਹਿਲੀ ਵਾਰ ਦੇਖਿਆ ਗਿਆ। ਮੈਮ ਨੋਨੀ ਮਾਨ ਤੇ ਪਰਚਾ ਦਰਜ ਕੀਤਾ ਗਿਆ ਹੈ, ਜਿਹੜੀ ਗੁੰਡਾਗਰਦੀ ਉਹਨਾਂ ਨੇ ਕੀਤੀ ਹੈ, ਜਿਹੜੇ ਕਿਸਾਨਾਂ ਨੂੰ ਦਲਣ ਦੀ ਵੀ ਕੋਸ਼ਿਸ਼ ਕੀਤੀ। ਵੀਡੀਓ ਸਾਹਮਣੇ ਦਿਖ ਰਹੀ ਹੈ ਤੁਹਾਨੂੰ, ਆਡੀਓ ਵੀ ਇੱਕ ਵਾਇਰਲ ਹੋਇਆ ਜਿਸ ਵਿੱਚ ਸੁਖਬੀਰ ਬਾਦਲ ਦਾਅਵਾ ਕਰ ਰਹੇ ਨੇ ਕਿ ਇਹ ਪਿੰਕੀ ਤੇ ਪਾ ਦਿਓ। ਦੇਖੋ ਉਹ ਤਾਂ ਜਿਹੜੀ ਗੱਡੀ ਵਾਲਾ ਮੈਂ ਦੇਖਿਆ, ਮੈਂ ਸੁਖਬੀਰ ਬਾਦਲ ਦੀ ਆਡੀਓ ਨਹੀਂ ਸੁਣੀ, ਮੈਂ ਵੀ ਝੂਠ ਬੋਲਾਂ, ਪਰ ਜਿਹੜਾ ਮੈਂ ਉਹ ਜਦੋਂ ਗੱਡੀਆਂ ਨਿਕਲ ਰਹੀਆਂ ਤੇ ਫਾਇਰਿੰਗ ਹੋ ਰਹੀ ਹੈ, ਮੈਂ ਪੂਰੀ ਵੀਡੀਓ ਦੇਖੀ ਹੈ ਧਿਆਨ ਦੇ ਨਾਲ, ਐਂਡ ਉਹ ਤਾਂ ਹੀ ਇਮੀਡੀਏਟਲੀ ਉਸ ਤੇ ਐਕਸ਼ਨ ਹੋਇਆ, ਐਂਡ ਉਹ ਬਿਲਕੁਲ ਉਹਨਾਂ ਨੇ ਕਿਸਾਨਾਂ ਤੇ ਚਲਾਈ ਹੈ ਗੋਲੀ, ਤੇ ਕਿਉਂਕਿ ਉਹ ਹੈ ਵੀ ਬਹੁਤ ਜ਼ਿਆਦਾ ਸਟਰੋਂਗ ਜਿਨ੍ਹਾਂ ਤੇ ਗੋਲੀ ਚਲਾਈ ਗਈ ਹੈ, ਐਂਡ ਇਮੀਡੀਏਟਲੀ ਡਿਸਮਿਸ ਹੋਣਾ ਚਾਹੀਦਾ ਹੈ ਤੇ ਇਮੀਡੀਏਟਲੀ ਐਕਸ਼ਨ ਹੋਣਾ ਚਾਹੀਦਾ। ਚੰਨੀ ਸਾਹਿਬ ਨੇ ਬਿਜਲੀ ਦੇ ਬਿੱਲ ਮਾਫ ਕੀਤੇ ਸੀ, ਪਾਣੀ ਦੇ ਬਿੱਲ ਵੀ ਬਕਾਇਆ ਮਾਫ ਕਰਨਗੇ? ਦੇਖੋ ਇਹ ਉਹਨਾਂ ਦੇ ਡਿਸੀਜਨ ਹੋਊਗੀ, ਜਿਹੜਾ ਡਿਸੀਜਨ ਉਹ ਲੈਣਗੇ। ਸਾਡਾ ਸਿਰਫ ਇੰਨਾ ਕੰਮ ਹੈ ਕਿ ਜੋ ਵੀ ਕੈਬਨਿਟ ਡਿਸੀਜਨ ਹੋਵੇ ਅਸੀਂ ਲੋਕਾਂ ਤੱਕ ਲੈ ਕੇ ਜਾਈਏ। ਸਭ ਤੋਂ ਪਹਿਲਾਂ ਅੰਮ੍ਰਿਤਸਰ ਈਸਟ ਕੈਂਪ ਲਾਂਦੀ ਹੈ, ਉੱਤੋਂ ਚਾਹੇ ਸੈਂਟਰ ਤੋਂ ਪੈਸਾ ਮਿਲੇ, ਚਾਹੇ ਸਟੇਟ ਤੋਂ ਪੈਸਾ ਮਿਲੇ, ਲੋਕਾਂ ਤੱਕ ਪਹੁੰਚਾਉਣਾ ਸਾਡਾ ਕੰਮ ਹੈ। ਮੈਡਮ ਸੋਨੀਆ ਮਾਨ ਅੱਜ ਸ਼ਾਮਲ ਹੋ ਰਹੇ, ਇੱਕ ਮਿੰਟ ਯਾਰ, ਸੋਨੀਆ ਔਰ ਜਿਹੜੇ ਸੁਨੀਲ ਜਾਖੜ ਲਗਾਤਾਰ ਸਰਕਾਰ ਦੇ ਕੰਮ ਕਰਦੇ ਨਿਸ਼ਾਨਾ ਸਾਧਨ ਕਹਿੰਦੇ ਏਜੀ ਨੂੰ ਹਟਾਉਣਾ ਵੀ ਗਲਤ ਸੀ। ਕਿਤੇ ਨਾ ਕਿਤੇ ਇਹ ਵੀ ਗੱਲ ਜ਼ਰੂਰ ਸਾਹਮਣੇ ਆ ਰਹੀ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਸਰਕਾਰ ਦੇ ਕੰਮਾਂ 'ਚ ਦਖਲਅੰਦਾਜ਼ੀ ਕਰ ਰਹੇ ਨੇ, ਹੈਵੀ ਹੋ ਰਹੇ ਨੇ ਸਰਕਾਰ ਤੇ, ਤੇ ਉਹਨਾਂ ਦੀਆਂ ਜਿਹੜੀਆਂ ਮੰਨਾਈਆਂ ਨੇ ਉਹ ਮੰਨੀਆਂ ਜਾ ਰਹੀਆਂ ਨੇ, ਕਿਉਂਕਿ ਤੁਹਾਡੀ ਸਰਕਾਰ ਦੇ ਲੋਕ ਕਹਿ ਰਹੇ ਨੇ। ਦੇਖੋ ਬੰਦਾ ਉਹੀ ਸੱਚਾ ਹੁੰਦਾ ਹੈ, ਉਹਦੀ ਮੰਨੀ ਜਾਂਦੀ ਹੈ ਜਿਹੜੀ ਸੱਚੀ ਗੱਲ ਕਰਦਾ ਹੈ। ਡੈਮੋਕ੍ਰੇਸੀ ਦੇ ਵਿੱਚ ਤੁਸੀਂ ਇਹ ਗੱਲ ਬਿਲਕੁਲ ਗਲਤ ਹੈ
ਵੀ ਮੈਂ ਮੰਨਦੀ ਹਾਂ ਵੀ ਇਹ ਗੱਲ ਬਿਲਕੁਲ ਗਲਤ ਹੈ ਕਿ ਤੁਸੀਂ ਇੰਟਰਵੀਨ ਕਰੋ ਇਹਦੇ ਵਿੱਚ ਕਿ ਏਜੀ ਕੌਣ ਲੱਗ ਰਿਹਾ ਹੈ, ਡੀਜੀਪੀ ਕੌਣ ਲੱਗ ਰਿਹਾ ਹੈ। ਬਿਲਕੁਲ ਨਹੀਂ ਕਰਨਾ, ਮੈਂ ਕਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਮੈਰਿਟ ਤੇ। ਪਰ ਪੰਜਾਬ ਦੇ ਲੋਕਾਂ ਨੂੰ ਪੁੱਛੋ ਵੀ ਭਾਈ ਉਹ ਵਾਲਾ ਏਜੀ ਜਿਹਨੇ ਸੈਣੀ ਨੂੰ ਬੇਲ ਦਵਾਈ ਸੀ, ਜਿਹੜਾ ਸੈਣੀ ਦੇ ਲਈ ਪੇਸ਼ ਹੋਇਆ ਸੀ, ਉਹ ਬੰਦਾ ਬਰਗਾੜੀ ਵਾਲੇ ਲੋਕਾਂ ਨੂੰ ਇਨਸਾਫ ਦੇ ਸਕਦਾ ਕਿ ਨਹੀਂ? ਜਿਹੜਾ ਬੰਦਾ ਇਹ ਕਹਿੰਦਾ ਵੀ ਮੈਂ ਕੋਈ ਵੀ ਹੋਵੇ, ਚਲੋ ਮੈਂ ਨਾਮ ਵੀ ਨਹੀਂ ਲੈਂਦੀ ਵੀ ਕਿਹਨੇ ਗਲਤੀ ਕੀਤੀ ਹੈ, ਜਿਹੜਾ ਬੰਦਾ ਏਜੀ ਕਵੇ ਮੈਂ ਇਨਸਾਫ ਦਊਂਗਾ ਬਰਗਾੜੀ ਵਾਲੇ ਕੇਸਾਂ 'ਚ, ਮੈਂ ਡਰੱਗ ਦੇ ਲੌਜ ਨੂੰ ਐਕਸਪੋਜ਼ ਕਰੂੰਗਾ, ਉਹ ਬੰਦੇ ਨੂੰ ਬਣਾ ਦਿਓ ਡੀਜੀਪੀ ਬਣਾ ਦਿਓ, ਏਜੀ ਬਣਾ ਦਿਓ, ਸਾਨੂੰ ਕਿਸੇ ਨੂੰ ਕੋਈ ਤਕਲੀਫ ਨਹੀਂ। ਪਰ ਉਹ ਬੰਦਾ ਸੱਚ ਦੇ ਰਸਤੇ ਤੇ ਚੱਲੇ, ਐਟਲੀਸਟ ਦੂਜੇ ਪਾਸੇ ਨੂੰ ਰਿਪਰੈਜ਼ੈਂਟ ਆਣਾ ਨਾ ਕਰਦਾ ਹੋਵੇ। ਪਰ ਮੈਡਮ ਨਵਜੋਤ ਸਿੰਘ ਸਿੱਧੂ ਬਾਰੇ ਵੀ ਇਹੀ ਕਿਹਾ ਜਾ ਰਿਹਾ ਕਿ 12-15 ਸਾਲ ਉਹ ਭਾਜਪਾ 'ਚ ਰਹੇ ਨੇ, ਹੁਣ ਕਾਂਗਰਸ ਦੇ ਵਿੱਚ ਨੇ, ਇਹਦਾ ਮਤਲਬ ਉਹ ਕਾਂਗਰਸ ਪ੍ਰਤੀ ਵੀ ਵਫਾਦਾਰ ਨਹੀਂ ਹੈਗੇ। ਜੇਕਰ ਏਜੀ ਦੀ ਗੱਲ ਹੋ ਰਹੀ ਹੈ, ਕਿਉਂਕਿ ਕੋਈ ਵੀ ਐਡਵੋਕੇਟ ਹੁੰਦਾ ਹੈ ਉਸਨੇ ਕੇਸ ਲੜਨਾ ਹੁੰਦਾ ਹੈ, ਇਹੀ ਗੱਲ ਨਵਜੋਤ ਸਿੱਧੂ ਨੂੰ ਪੁੱਛੀ ਜਾ ਰਹੀ ਕਿ 12-15 ਸਾਲ ਉਹਨਾਂ ਨੇ ਭਾਜਪਾ 'ਚ ਕੱਟੀ ਹੈ, ਹੁਣ ਉਹ ਕਾਂਗਰਸ ਨੇ, ਇਸ ਦਾ ਮਤਲਬ ਉਹ ਵਫਾਦਾਰ ਨਹੀਂ ਹੈ। ਭਾਜਪਾ 'ਚ ਰਹਿ ਕੇ ਸਾਰੇ ਬੰਦਿਆਂ ਨੂੰ ਪਤਾ ਹੈ ਕਿ ਜਿੰਨਾ ਨਵਜੋਤ ਸਿੱਧੂ ਨੇ ਸੈਕਰੀਫਾਈਸ ਕੀਤਾ, 2 ਵਾਰ ਦਾ ਯੂਨੀਅਨ ਮਿਨਿਸਟਰ ਹੁੰਦਾ ਉਹ, ਜਦੋਂ ਜੇਟਲੀ ਸਰ ਆਏ ਸੀ ਇੱਥੋਂ ਪੰਜਾਬ ਤੋਂ, ਉਹਦਾ ਬਾਹਰ ਨਿਕਲਣ ਦਾ ਰੀਜ਼ਨ ਕੀ ਸੀ? ਅਕਾਲੀ ਦਲ, ਤੇ ਅਕਾਲੀ ਦਲ ਨੂੰ ਛੱਡ ਦੋ, ਉਹਨਾਂ ਨੇ ਨਹੀਂ ਛੱਡਿਆ, ਬਾਅਦ 'ਚ ਵੀ ਤਾਂ ਛੱਡਿਆ, ਬਾਅਦ 'ਚ ਗੱਲ ਮੰਨੀ, ਪਹਿਲਾਂ ਮੰਨ ਲੈਂਦੇ। ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ ਉਹ ਗੁੰਡੇ ਤੇ ਚੋਰ ਹੈ, ਤੁਸੀਂ ਹੁਣ ਕਹਿ ਰਹੇ ਹੋ ਗੁੰਡੇ ਤੇ ਚੋਰ ਹੈ ਉਹਨਾਂ ਨੇ, ਤੁਸੀਂ ਅੱਜ ਉਹਨਾਂ ਨੂੰ ਛੱਡ ਰਹੇ ਹੋ। ਅਸੀਂ ਪਹਿਲਾਂ ਕਿਹਾ ਸੀ ਇੰਨੇ ਸਾਲ ਪਹਿਲਾਂ ਵੀ ਭਾਈ ਛੱਡ ਦਿਓ, ਉਹ ਤੁਹਾਡੇ ਨਾਲ ਨਹੀਂ, ਜੋ ਤੁਸੀਂ ਚਾਹੁੰਦੇ ਹੋ ਉਹ ਨਹੀਂ ਕਰਦੇ, ਉਹ ਚੋਰ ਹੈ, ਉਹਨਾਂ ਦੇ ਨਾਲ ਤੁਹਾਡਾ ਸੁਪੜਾ ਸਾਫ਼ ਹੋ ਜਾਣਾ ਹੈ। ਕੰਗਨਾ ਰਣੌਤ ਨੇ ਕਿਹਾ ਜੀ ਕਿ 1947 ਜਿਹੜੀ ਆਜ਼ਾਦੀ ਹੈ ਉਹ ਆਜ਼ਾਦੀ ਨਹੀਂ ਸੀਗੀ, ਹੁਣ ਆਜ਼ਾਦੀ ਸਾਨੂੰ 2014 ਚ ਮਿਲੀ ਹੈ। ਹੁਣ ਮੈਨੂੰ ਇਹ ਗੱਲ ਦੱਸੋ ਵੀ ਇਹ ਗੱਲ ਕਿਸੇ ਹੋਰ ਨੇ ਕੀਤੀ ਹੁੰਦੀ, ਅੱਜ ਉਹ ਸਲਾਖਾਂ ਦੇ ਪਿੱਛੇ ਹੁੰਦਾ। ਅੱਜ ਤੁਸੀਂ ਨੈਸ਼ਨਲ ਪ੍ਰੈਸ ਨੂੰ ਪੁੱਛੋ, ਜਾਂ ਤੁਸੀਂ ਮੋਦੀ ਦੀ ਸਰਕਾਰ ਨੂੰ ਪੁੱਛੋ, ਜਾਂ ਸੰਬਿਤ ਪਾਤਰਾ ਨੂੰ ਪੁੱਛੋ ਜਿਹੜਾ ਟੌਂਟਾਂ ਕਰਕੇ ਬੋਲਦਾ ਹੈ ਹਰ ਚੀਜ਼ ਤੇ, ਜਾਂ ਇਹ ਜੀ ਗੱਲ ਸਾਡੇ ਦੇ ਕਿਸੇ ਮੂੰਹ ਚੋਂ ਨਿਕਲੀ ਹੁੰਦੀ, ਅੱਜ ਸਾਨੂੰ ਫੜ ਕੇ ਪੁਲਿਸ ਨੇ ਦੇਸ਼ ਧਰੋਹੀ ਕੇ ਅੰਦਰ ਕੀਤਾ ਹੁੰਦਾ। ਅੱਜ ਉਹਨੂੰ ਕਿਉਂ ਨਹੀਂ ਕੀਤਾ? ਤੁਸੀਂ ਉਹਨੂੰ ਰਿਵਾਰਡ ਕਰ ਰਹੇ ਹੋ। ਕੰਗਨਾ ਨਾਲ ਪੋਜ਼ਿਟਿਵ ਕਿਉਂ ਨੇ? ਵੀ ਉਹ ਸਪੈਸ਼ਲ ਹੈ ਉਹਨਾਂ ਦੀ, ਉਹ ਕੁਝ ਵੀ ਕਰ ਸਕਦੀ ਹੈ, ਉਹਨਾਂ ਨਾਲ ਐਕਸਟਰਾ ਪਿਆਰ ਹੈ ਤਾਂ ਉਹ ਦੱਸਣਗੇ, ਉਹ ਦੱਸ ਸਕਦੇ ਆ ਵੀ ਐਕਸਟਰਾ ਪਿਆਰ ਉਹਦੇ ਨਾਲ ਕਿਉਂ ਹੈ, ਸਾਡੇ ਨਾਲ ਕਿਉਂ ਨਹੀਂ ਹੈ। ਸੋਨੀਆ ਮਾਨ ਵੀ ਅਕਾਲੀ ਦਲ ਦਾ ਹਿੱਸਾ ਬਣ ਰਹੇ ਨੇ, ਸੋਨੀਆ ਮਾਨ ਵਿਧਾਇਕ ਜਿਹੜੇ ਆ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਨੇ ਲਗਾਤਾਰ। ਮੈਂ ਤੁਹਾਨੂੰ ਕਿਹਾ ਸਾਰੇ ਹੋਣਗੇ, ਕੱਲ ਵਿਚਾਰੇ ਇੰਨੇ ਮਜਬੂਰ ਹੋ ਗਏ, ਉਹ ਵਿੱਚੋਂ ਹੀ ਛੱਡ ਕੇ ਆ ਗਏ ਚੰਨੀ ਸਾਹਿਬ ਕੋਲ ਵੀ ਸਾਨੂੰ ਤੁਹਾਡੀ ਬਹੁਤ ਅੱਛੀ ਪਰਫਾਰਮੈਂਸ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਵੀ ਉਹ ਭੱਜੇ ਆਣਗੇ। 2022 ਚ ਵੀ ਚੰਨੀ ਸਾਹਿਬ ਚਿਹਰਾ ਹੋਣਗੇ, ਫਿਰ ਇਹ ਮੰਨ ਕੇ ਚੱਲੀਏ ਤਾਂ ਹੀ ਉਹਨਾਂ ਦੀ ਪਰਫਾਰਮੈਂਸ ਤੋਂ ਖੁਸ਼ ਹੋ ਰਹੇ ਨੇ। ਮੈਂ ਤੁਹਾਨੂੰ ਇਹ ਕਹਿ ਰਹੀ ਹਾਂ ਕਿ ਇਹ ਕਾਂਗਰਸ ਹਾਈ ਕਮਾਂਡ ਦਾ ਫੈਸਲਾ ਹੁੰਦਾ ਹੈ, ਇਸ 'ਚ ਮੈਂ ਕੋਈ ਵੀ ਨਹੀਂ ਹੁੰਦੀ। ਸੋਨੀਆ ਮਾਨ ਸ਼ਾਮਲ ਹੋ ਰਹੇ ਨੇ ਅਕਾਲੀ ਦਲ ਦੇ ਵਿੱਚ। ਮੈਡਮ ਲਗਾਤਾਰ ਕਿਸਾਨਾਂ ਦੇ ਹੱਕ ਯਾਰ ਰੈਲੀਆਂ ਕਰ ਸੋਨੀਆ ਮਾਨ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਰਹੇ ਨੇ, ਵੱਡੇ ਨੇਤਾ ਸੀ, ਕਿਉਂਕਿ ਸਿੰਘੂ ਬਾਰਡਰ ਜਾਂ ਟਿਕਰੀ ਬਾਰਡਰ ਤੇ ਲਗਾਤਾਰ ਬੋਲਦੇ ਰਹੇ ਆ। ਤੁਸੀਂ ਨਾ ਇੱਕ ਤਾਂ ਜਿਹੜਾ ਬੰਦਾ ਚੰਗਾ ਬੋਲਦਾ ਹੈ ਉਹਨੂੰ ਚੰਗਾ ਨੇਤਾ ਨਾ ਕਿਹਾ ਕਰੋ। ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਬੰਦਾ ਕੱਲਾ ਚੰਗਾ ਬੋਲਦਾ ਹੈ ਤੇ ਦਿਮਾਗੋਂ ਪੈਦਲ ਹੈ ਨਾ, ਉਹਨੂੰ ਕੁਝ ਪਤਾ ਹੈ ਨਹੀਂ ਪੋਲਿਟਿਕਸ ਬਾਰੇ, ਤੇ ਤੁਸੀਂ ਉਹਨੂੰ ਚੰਗਾ ਨੇਤਾ ਕਹਿ ਦਿੰਦੇ ਹੋ ਵੀ ਸਪੀਚ ਬੜੀ ਵਧੀਆ ਦਿੱਤੀ ਹੈ ਜੀ ਕਿਸਾਨਾਂ ਦੇ ਫੋਰ। ਕੀਤਾ ਕੀ ਹੈ ਕਿਸਾਨਾਂ ਲਈ? ਸੋਨੀਆ ਮਾਨ ਕੰਮ ਕੀ ਕੀਤਾ ਹੈ? ਕੁਝ ਭਲਾ ਕੀਤਾ ਹੈ ਕਿਸਾਨਾਂ ਲਈ, ਕੁਝ ਸੈਕਰੀਫਾਈਸ ਕੀਤਾ ਹੈ? ਕੱਲੀ ਸਪੀਚ ਬੋਲਣ ਨਾਲ ਜਾਂ ਮੈਂ ਇੰਡਸਟਰੀ ਛੱਡ ਦਿੱਤੀ ਹੈ, ਪੰਜਾਬੀ ਇੰਡਸਟਰੀ ਮੈਂ ਛੱਡ ਦਿੱਤੀ ਹੈ, ਅਸੀਂ ਵੀ ਛੱਡੀ ਹੈ ਕਹਿੰਦੇ ਕੁਰਬਾਨੀ ਦਿੱਤੀ ਮੈਂ, ਅਸੀਂ ਵੀ ਦਿੱਤੀ ਹੈ, ਮੈਂ ਡਾਕਟਰੀ ਦੀ ਦਿੱਤੀ ਹੈ, ਮੇਰੇ ਘਰ ਵਾਲੇ ਨੇ 25 ਕਰੋੜ ਰੁਪਏ ਸਾਲ ਦਾ ਛੱਡਿਆ ਹੈ, ਪਰ ਪੰਜਾਬ ਦੇ ਭਲੇ ਲਈ। ਆ ਕਿਆ ਵੀ ਪੀਪੀਏ ਦੇ ਤੁਸੀਂ ਖੋਲੋ, ਮੈਂ ਪੰਜਾਬ ਦੇ ਭਲੇ ਵਾਸਤੇ ਅਕਾਲੀ ਦਲ ਨੂੰ ਜੁਆਇਨ ਕਰ ਰਹੀ ਹਾਂ। ਜਦੋਂ ਕਰੂਗੀ ਦੇਖਾਂਗੇ, ਪੈਸੇ ਦੀ ਕਮੀ ਹੋਣੀ ਹੈ, ਉਧਰੋਂ ਨਹੀਂ ਕੁਝ ਮਿਲਿਆ ਹੋਣਾ, ਇੱਧਰ ਅੱਜ ਆ ਰਹੀ ਹੈ, ਪਰ ਇੱਥੇ ਕੁਝ ਨਹੀਂ ਬਣਨ ਵਾਲਾ। ਜੇ ਮੇਰੇ ਵੱਲੋਂ ਉਹਨਾਂ ਤੱਕ ਸਲਾਹ ਪਹੁੰਚਾ ਸਕੋ ਤਾਂ ਪਹੁੰਚਾ ਦਿਓ ਕਿ ਗਲਤੀ ਨਾ ਕਰੀ। ਅਕਾਲੀ ਦਲ ਦਾ ਫਿਊਚਰ ਤੁਹਾਨੂੰ ਦਿਖ ਰਿਹਾ ਉਹਨਾਂ ਦੀਆਂ ਰੈਲੀਆਂ ਦੇ ਵਿੱਚ, ਪਿਛਲੀਆਂ 75% ਕੁਰਸੀਆਂ ਖਾਲੀ ਹੁੰਦੀਆਂ ਨੇ, ਜਿਹੜੇ ਬੱਸਾਂ ਚੋਂ ਬੰਦੇ ਨਿਕਲਦੇ ਨੇ ਉਹਨਾਂ ਦੇ ਆ ਕੇ ਪਿੰਡ ਵਾਲੇ ਡਾਂਗਾ ਮਾਰ ਰਹੇ ਨੇ ਵੀ ਤੁਸੀਂ ਗਏ ਕਿਵੇਂ ਉਹਨਾਂ ਦੀ ਰੈਲੀ ਤੇ, ਸਾਲੇ ਬੋਤਲਾਂ ਪਿੱਛੇ ਵਿਕ ਗਏ, ਉਹਨਾਂ ਨੂੰ ਡਾਂਗਾ ਪੈ ਰਹੀਆਂ। ਤੁਸੀਂ ਵੀ ਸੋਸ਼ਲ ਮੀਡੀਆ ਦੇਖ ਰਹੇ ਹੋ, ਮੈਂ ਵੀ ਸੋਸ਼ਲ ਮੀਡੀਆ ਦੇਖ ਰਹੀ ਹਾਂ। ਆਰਬਿਟ ਦੀਆਂ ਬੱਸਾਂ ਇੱਕ ਮਿੰਟ ਤੁਸੀਂ ਕਹਿ ਰਹੇ ਹੋ ਆਰਬਿਟ ਦੀਆਂ ਬੱਸਾਂ ਦਿੱਲੀ ਜਾਂਦੀਆਂ ਜਿਹੜੀ ਇੱਕ ਮਿਲੀ ਵਗਤ ਹੈ, ਫਿਰ ਮੈਂ ਕਹਿੰਦੀ ਹਾਂ ਕਿ ਕੇਜਰੀਵਾਲ ਕਿਵੇਂ ਆਪਣੇ ਆਪ ਨੂੰ ਸੱਚਾ ਕਹਿ ਰਿਹਾ, ਜਦੋਂ ਉਹਨਾਂ ਦੀਆਂ ਬੱਸਾਂ ਪ੍ਰਾਈਵੇਟ ਬੱਸਾਂ ਅਲਾਉ ਕਰ ਰਹੇ ਦਿੱਲੀ ਚੋਂ ਕ੍ਰਾਸ ਕਰਨ ਨੂੰ, ਸਰਕਾਰੀ ਬੱਸ ਕਿਉਂ ਨਹੀਂ?
ਅਸੀਂ ਇਹ ਕਹਿੰਦੇ ਆ ਕਿ 80% ਸਰਕਾਰੀ ਕੰਮ ਹੋਣਾ ਚਾਹੀਦਾ ਹੈ ਤਾਂ ਸਰਕਾਰੀ ਨੌਕਰੀਆਂ ਮਿਲਣਗੀਆਂ ਤਾਂ ਪੰਜਾਬ ਆਪਣੇ ਪੈਰਾਂ ਤੇ ਖੜਾ ਹੋਏਗਾ। ਜਾਣਦੇ ਹੋ ਕਿ ਪੰਜਾਬ ਨੂੰ ਫਾਈਨੈਂਸ਼ੀਅਲੀ ਨੁਕਸਾਨ ਕੀਤੇ ਜਾ ਰਹੇ ਨੇ। ਐਬਸੋਲੂਟਲੀ ਪ੍ਰਾਈਵੇਟ ਉਹ ਕਰਨ ਦੇ ਬਾਹਰ ਇਹ 'ਚ ਉਹ ਦੋਸ਼ੀ ਹੈ ਬਰਾਬਰ ਦਾ। ਰਿਆ ਆਪਸ ਚ ਮਜੀਠੀਆ ਹੋਰਾਂ ਦੀ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ 2017 ਦੀ ਦੇਖਣ ਨੂੰ ਮਿਲੀ ਸੀਗੀ ਜਿਹੜੀ ਮਰਿਆਦਾ ਸੀਗੀ ਸ਼ਬਦਾਂ ਦੀ ਉਹ ਵੀ ਕਿਤੇ ਨਾ ਕਿਤੇ ਮਜੀਠੀਆ ਹੋਰੀ ਭੁੱਲੇ, ਉਸ ਨੂੰ ਕਿਵੇਂ ਦੇਖ ਰਹੇ ਹੋ? कोई भी इंसान ना जब वो किस इंसान से बंदा डरता है, जब इंसान को डर लगता है कि मैं एक्सपोज होऊंगा तो वो फ्रैंटिक हो जाता है, तो वो फ्रैंटिक होके आगे आता है। जब चन्नी जी ने बड़े आराम से कहा था कि ये सेशन रखा गया है, आम आदमी पार्टी कितना खुश हुई कि अच्छी तरीके से सेशन रखा गया। इसमें पीपीए एग्रीमेंट्स जो अभी तक बाहर ही नहीं आए थे, जो मैं आपसे पहले बात कर रही थी, वो एक्सपोज होंगे। इसमें मेन बात क्या थी कि तुम्हें सेंटर कह रहा है कि तुम्हें बिजली 2000 किलोवाट चाहिए, हमारी स्टेट लिख के देती है कि नहीं, हम अपनी बिजली प्रोड्यूस नहीं करेंगे, हमें 4000 किलोवाट बिजली चाहिए, वो भी हम बाहर से खरीदेंगे। इसका मतलब क्या कि हम 50,000 करोड़ का नुकसान कर रहे हैं, हमने झेला। क्यों झेला? क्योंकि हमने मजीठिया और इनके परिवार की और इनकी फैमिलीज़ की जो बिजली थी उनका 20-25 साल का कॉन्ट्रैक्ट साइन किया था। अब पहले उनकी बसें पकड़ लेते हो तुम, एक दिन पहले तो हमने उनकी बसें बंद कर दी। अभी इमेजिन करो केजरीवाल की चालाकी, अभी उन्होंने केजरीवाल ने जो ऑर्बिट बसें हैं और वो हैं उनको परमिट दिया हुआ है क्रॉस करने का। अभी हमारी अगली लड़ाई क्या है, सिर्फ पंजाब में ही हमारी बसें नहीं चलेंगी। अभी उसने क्या किया राजा वड़िंग ने कि 6,600 करोड़ का नुकसान हुआ है सिर्फ इसलिए कि हम प्राइवेट बसों को एक एक परमिट पे कितनी बसें चलाने का वो दे रहे थे। अब सबसे बड़ी प्रॉब्लम क्या है कि दिल्ली गवर्नमेंट उनकी बसें तो अलाउ कर रही है और हमारी पंजाब की बसेस को अभी तक हमने कब से राजा वड़िंग ने मीटिंग मांगी है अरविंद केजरीवाल से, 4-5 बार मीटिंग मांगी है कि भाई मेरे को मिलो, मैंने को परमिशन लेनी है, हमारी जो सरकारी बसें हैं हम नहीं खरीदेंगे। ये वाले 6,600 करोड़ में 25,000 बस आनी थी, इसका मतलब एम्प्लॉयमेंट 50,000 बंदे की एम्प्लॉयमेंट। अब जब बंदा इस लेवल पे एक्सपोज हो रहा है, अब नवजोत सिद्धू शुरू से क्या कहता रहा है कि हमने कागज़ पढ़े हैं, हम ये तो है नहीं कि हवा में बातें करते हैं। या तो आप कहो कि हमारा फिगर एक भी फिगर गलत हो, हमें पता था कि 50,000 करोड़ की, क्योंकि हमने सेंटर से भी पता किया था, सेंटर ने इनको डांट मारी जब ये सेंटर के साथ थे कि आपने कैसे कहा कि तुम्हें इतनी बिजली चाहिए, तुम क्यों इतनी बिजली खरीद रहे हो, तुम्हारे पंजाब में तो इतनी बिजली की ज़रूरत नहीं है। फिर उन्होंने पता किया कि ये जो पीपीए के कॉन्ट्रैक्ट्स हैं इन्होंने खुद साइन किए, उसमें इन्होंने उतनी 4,000 किलोवाट की बिजली मांगी, उससे हमें 50,000 करोड़ का नुकसान हुआ। जब हम कहते हैं पक्के कर दो तब हम कहते हैं पैसे नहीं हैं, जब हम कहते हैं तनख्वाहें टाइम पे दे दो पैसे नहीं हैं, कोई अच्छा काम कर दो पैसे नहीं हैं। तो पैसा अगर एक ही परिवार खाई जाएगा, तो पहले ही कह रहे थे कि टुट्टी कॉलेज में जो बंदा आया था, आज 5 सितारा होटल, 7 सितारा होटल, इतनी प्राइवेट बसें, हम सब लोग नौकरी करते हैं। एमएलए, आपको याद रखना पड़ेगा कि एमएलए मंत्री हो चाहे ये नौकर हैं, क्योंकि लोगों के चुने हुए नुमाइंदे हैं, मतलब कि हम गवर्नमेंट के सर्वेंट्स हैं, हमें गवर्नमेंट की सैलरी मिलती है। मेरी सैलरी एज ए एमएलए डॉक्टर की सैलरी से कम थी, तो मैं क्यों कुछ नहीं बना पाई, तो मेरा लिविंग स्टैंडर्ड कम हुआ। तो इन लोगों का ऐसा क्या लॉटरियां लग जाती हैं एमएलए और एमपी बनके कि ये इतने करोड़ों के महल और 7 सितारा और ये होटल एक्सपोज कौन आपके सामने रोज एक्सपोज हो रहे हैं। 4.5 साल से तुसी भी नहीं कर पाए। देखो, मैंने कहा कैप्टन अमरिंदर सिंह जी इनके साथ थे, हमने जो भी हमारे साथ हुआ इसीलिए हुआ क्योंकि नवजोत सिद्धू ने कह दिया कि 75-25 चलता है। अब क्या होता है कि एक बंदा 10 साल जब राज करता है तो वो चोरी करनी सिखा देता है। हर इंसान को शौक होता है कि मैं पैसे बनाऊं, तो उसको अकाली दल ने 10 साल राज किया, उन्होंने चोरी करने के तरीके सिखाए, उन्होंने सब सारे पंजाब को नहीं, किन्नू मैं कह रही हूँ सारे पंजाब को सिखाए। जो बंदा ये गलत काम कर रहा है, जो बंदा, इसमें अकेले एमएलए नहीं होते, कंट्रैक्टर होते हैं, सारे बंदे होते हैं। नवजोत ने क्या कहा कि कॉरपोरेशन बना दो। अब चन्नी जी क्या कह रहे हैं, है ना, कि 5 रुपये स्क्वायर फीट पे उठाएंगे। अभी की उस लेवल पे आए नहीं है हम कि उससे ज़्यादा अगर पकड़े गए
तो कोई इंसान, कोई यंगस्टर मुझे उसकी फ़ोटो बता दे, दिखा दे, मैं साइट पे जाके कैंसिल करूँगा। जबकि अभी भी 22 रुपये स्क्वायर फीट मिल रही है। इसको टाइम लगेगा। जब फिक्स हो गई, ये नवजोत का क्या रोना था शुरू से कि फिक्स कर दो, जो हमारा यूथ बाहर जा रहा है, हमारी सारी पंजाब की रिस्पॉन्सिबिलिटी बनती है कि हम ये जो चोरियां हो रही हैं, चाहे बसों में थी, चाहे लिकर माफिया में थी, चाहे सैंड माफिया में थी, हम पिछले पे क्यों जाएं? अब हम लोकल बॉडीज मिनिस्ट्री में थे, पुरानी फाइलों में क्यों जाएं? तुम नए रूल्स ऐसे बनाओ जिसमें कोई गलत कर ही ना सके। मैडम या तो तुम प्रोग्रेसिव चल ਰਹੇ ਹੋ। ਐਸਟੀਐਫ ਦੀ ਰਿਪੋਰਟ ਮੈਂ ਕਿਤੇ ਨਾ ਕਿਤੇ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਕੋਲ ਗ੍ਰਹਿ ਮੰਤਰਾਲਾ ਪਰ ਹਾਲੇ ਵੀ ਕਿਤੇ ਨਾ ਕਿਤੇ ਰਿਪੋर्ट ਜਿਹੜੀ ਹੈ ਜਨਤਕ नहीं ਹੁੰਦੀ ਜਾਪਦੀ। ਕੱਲ ਵੀ ਵਿਧਾਨ ਸਭਾ ਦੇ ਵਿੱਚ ਇਹੀ ਮੁੱਦਾ ਉੱਠਿਆ ਸੀਗਾ। 18 या 19 को हाई कोर्ट ने कहा है, ਮੈਂ ਪੰਜਾਬੀ हाई कोर्ट ने ऑलरेडी, मैंने एग्जैक्ट डेट याद नहीं, मैंने लगता है 19 नवंबर 19 नवंबर ਨੂੰ ਰਿਪੋਰਟ ਜਨਤਕ ਹੋ ਰਹੀ ਹੈ, ਖੁੱਲ ਰਹੀ ਹੈ। ਜੱਜਾਂ ਨੇ ਕਿਹਾ ਸੀਗਾ, ਡਬਲ ਬੈਂਚ ਦਾ ਜੱਜ ਹੈ, ਉਹਨਾਂ ਨੇ ਕਿਹਾ ਸੀ ਸਾਨੂੰ ਪੜਨ ਨੂੰ ਰਿਪੋਰਟ ਟਾਈਮ ਚਾਹੀਦਾ ਹੈਗਾ। ਉਹ ਰਿਪੋਰਟ ਜਦੋਂ ਖੁੱਲੇਗੀ ਪਹਿਲਾ ਨਾਮ ਆਏਗਾ। ਸਾਰੇ ਕਹਿੰਦੇ ਸੀਗੇ ਖੈਰਾ ਵੀ ਨਹੀਂ ਫੜਿਆ ਜਾਏਗਾ। ਜਦੋਂ ਕਿ ਈਡੀ ਦਾ ਨੋਟਿਸ ਆਇਆ ਸੀਗਾ, ਤੁਹਾਡੇ ਸਾਹਮਣੇ ਖੈਰਾ ਵੀ ਫੜਿਆ ਗਿਆ ਕਿਉਂਕਿ ਉਹਨੇ ਕਿਤੇ ਨਾ ਕਿਤੇ ਬਾਹਰਲੇ ਪੈਸਿਆਂ ਦਾ ਕੀਤੀ ਸੀਗੀ ਪ੍ਰੋਬਲਮ। ਪਹਿਲਾਂ ਤੁਸੀਂ ਕਦੇ ਨਹੀਂ ਦੇਖਿਆ ਵੀ ਐਮਐਲਏ ਫੜੇ ਗਏ। ਬੈਂਸ ਬ੍ਰਦਰ ਦੇ ਵੀ ਰੇਪ ਦਾ ਪਰਚਾ ਹੋਇਆ, ਪਹਿਲਾਂ ਤਾਂ ਕਦੇ ਨਹੀਂ ਹੋਇਆ। ਸੋ ਜੇ ਸਾਡੀ ਸਰਕਾਰ ਆਈ ਹੈ ਤਾਂ ਥੋੜੇ ਜਿਹੇ ਸਟ੍ਰਿਕਟ ਹੋ ਰਹੇ ਹੈ, ਤਾਂ ਲੋਕ ਫੜੇ ਜਾ ਰਹੇ ਹੈ। ਤੇ ਜਿਹੜੀਆਂ ਬੱਸਾਂ ਫੜੀਆਂ ਗਈਆਂ ਉਹਨਾਂ ਚੋਂ 40% ਤਾਂ ਕਾਂਗਰਸ ਦੀਆਂ ਵੀ ਬੱਸਾਂ ਹੈ। ਤੇ ਕਾਂਗਰਸ ਵਾਲੇ ਐਮਐਲਏ ਨੂੰ ਵੀ ਤਾਂ ਕਿਹਾ ਗਿਆ ਵੀ ਤੁਸੀਂ ਵੀ ਪੈਸੇ ਜਮ੍ਹਾਂ ਕਰਾਓ ਜੋ ਤੁਸੀਂ ਕਾਂਗਰਸੀਆਂ ਨੇ ਆਪਣੀਆਂ ਪ੍ਰਾਈਵੇਟ ਇੱਕ ਪਰਮਿਟ ਤੇ ਕੀਤੀ ਹੈ। ਵਿਕਰਮ ਮਜੀਠੀਆ ਚੁਣੌਤੀ ਦੇ ਰਹੇ ਹੈ। ਵਿਕਰਮ ਮਜੀਠੀਆ ਨੇ ਸਾਫ਼ ਚੁਣੌਤੀ ਦਿੱਤੀ ਹੈ। ਫਿਰ ਅੱਜ ਕੱਲ ਵਿੱਤ ਮੰਤਰੀ ਕਹਿ ਰਹੇ ਨੇ ਕਿ ਅਸੀਂ ਉਹਨਾਂ ਕੋਲੋਂ ਹੀ ਬਿਜਲੀ ਲਵਾਂਗੇ, ਪਰ ਗੱਲ ਕਰਕੇ ਲਵਾਂਗੇ ਹੁਣ ਅਸੀਂ। ਮੈਂ ਕਹਿੰਨੀ ਆ ਕਿਉਂਕਿ ਅਦਰਵਾਈਜ਼ ਤੁਹਾਡਾ ਹਾਈ ਕੋਰਟ ਚੈਲੰਜ ਹੋ ਜਾਂਦੇ ਹੈ। ਜਿਹੜਾ ਰੇਟ ਤੇ ਤੁਹਾਨੂੰ ਮਾਰਕੀਟ 'ਚ ਮਿਲ ਰਹੀ ਹੈ, ਜਿਹੜੇ ਰੇਟ ਤੇ ਮਾਰਕੀਟ ਮਿਲ ਰਹੀ ਹੈ, ਜੇ ਅਗਲਾ ਬੰਦਾ, ਹਰ ਬੰਦੇ ਦੀ ਪਹਿਲੀ ਉਸ ਬੰਦੇ ਦੀ ਪ੍ਰਾਇੋਰਟੀ ਹੁੰਦੀ ਹੈ ਜਿਹੜੇ ਬੰਦੇ ਨਾਲ ਤੁਹਾਡਾ ਕੰਟਰੈਕਟ ਸਾਈਨ ਕੀਤਾ ਹੋਵੇ। ਇਹ ਚਾਹੇ ਘਰ ਦਾ ਹੋਵੇ, ਚਾਹੇ ਕੋਈ ਗੱਲ ਹੋਵੇ। ਉਹ ਰੱਦ ਇਸ ਲਈ ਹੋ ਸਕੇ, ਪਹਿਲਾਂ ਨਹੀਂ ਹੋ ਸਕੇ ਕਿਉਂਕਿ ਉਹਨਾਂ ਕੋਲ ਕੋਲਾ ਜਿਹੜਾ ਸੀਗਾ ਉਹਦੀ ਕੋਈ ਕੰਡੀਸ਼ਨਸ ਹੁੰਦੀਆਂ। ਤੁਸੀਂ ਪਿੱਛੇ ਕੋਲਾ ਰੱਖਣਾ ਹੁੰਦਾ ਹੈ, ਕੋਲਾ ਮਹਿੰਗਾ ਹੋਊਗਾ ਤਾਂ ਉਹਦੇ ਹਿਸਾਬ ਨਾਲ ਤੁਸੀਂ ਥੋੜਾ ਐਕੋਮੋਡੇਟ ਕਰੋਗੇ। ਹੁਣ ਰੂਲਸ ਛੁੱਟੇ